ਸਾਡੇ ਨਾਲ ਮੌਜੂਦ ਨੇ ਜੀ ਕਿਸਾਨ ਆਗੂ ਅਵਤਾਰ ਸਿੰਘ ਮਹਿਮਾ। ਕਰਦੇ ਹਾਂ ਉਹਨਾਂ ਨਾਲ ਗੱਲਬਾਤ ਕਿ ਉਹ किसान यूनियन के सीनियर आगू भी ने, उन्होंने पुछते हैं कि जोड़े कानून ने उस बारे उन्होंने की कहना जी। देखो जी, ये कानूनों बारे तो जी साडी लड़ाई चल रही है, जी असी जून महीने जो आर्डीनेंस आए थे उदों ही शुरू करती सी इन्हां कानूनों के खिलाफ। जो आर्डीनेंस होंदे सीगे तो उदों असी इन्हां कानूनों के खिलाफ लड़ाई शुरू करके पहला पंजाब च जथेबंद किया लोगों नूं। जथेबंदी साडी क्रांतिकारी किसान यूनियन पंजाब ने जो जून च लड़ाई शुरू की, जो करोना करके घरों चों बाहर नहीं निकलता सी, उदों शुरू करके पंजाब दी जथेबंदियां नूं इकट्ठा किया, पंजाब च एक अंदोलन पखाया, पंजाब बंद किया, रेलां रोकियां, होर शॉपिंग माल पंप असीं जाम कीते। उस तो बाद पंजाब जिहड़ा उठ के नाल हरियाणे नूं लैके दिल्ली पहुंचा ते इत्थे हुण असीं पूरे देश के किसानों नूं जथेबंद कर रहे। जिहड़ा पंजाब मॉडल सीगा संघर्ष दा ਉਹਨੂੰ ਅਸੀਂ पूरे देश 'ਚ फैलाता। सो ਹੁਣ ਸਾਡੀਆਂ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਨੇ 3-4, ਜਿਹ 'ਚੋਂ ਸਾਨੂੰ ਕਹਿੰਦੇ ਸੀ ਵੀ ਸੋਧਾਂ ਕਰਵਾ ਲਓ ਜਿੰਨੀਆਂ ਮਰਜ਼ੀ, ਪਰ ਅਸੀਂ ਕਾਨੂੰਨ ਵਾਪਸ ਨਹੀਂ ਲਵਾਂਗੇ। ਤਾਂ ਅਸੀਂ ਇਸ ਗੱਲ ਤੇ ਇਹ ਸੰਘਰਸ਼ ਕਰ ਰਹੇ ਹਾਂ ਵੀ ਕਾਨੂੰਨ ਜਿਹੜੇ ਸਾਡੇ ਦੇਸ਼ ਦਾ ਸੰਵਿਧਾਨ ਹੈ, ਜਿਹਦੇ 'ਚ ਸਾਡੇ ਸੂਬਿਆਂ ਦੇ ਅਧਿਕਾਰ ਨੇ, ਸਾਡੇ ਦੇਸ਼ ਦੀ ਜਿਹੜੀ ਕੇਂਦਰੀ ਹਕੂਮਤ ਹੈ ਭਾਜਪਾ, ਇਹਨਾਂ ਨੇ ਸਾਡੇ ਸੰਵਿਧਾਨ ਨੂੰ ਉਲੰਘ ਕੇ ਸੂਬਿਆਂ ਦੇ ਅਧਿਕਾਰਾਂ ਨੂੰ ਖੋਹ ਕੇ, ਕਿਉਂਕਿ ਖੇਤੀ ਜਿਹੜਾ ਸਬਜੈਕਟ ਹੈ ਸੂਬਿਆਂ ਦਾ ਅਧਿਕਾਰ ਹੈ, ਉਹਨੂੰ ਖੋਹ ਕੇ ਜਿਹੜੇ ਇਹ ਗੈਰ ਸੰਵਿਧਾਨਕ ਕਾਨੂੰਨ ਬਣਾਏ ਨੇ, ਇਹਨਾਂ ਨੂੰ ਰੱਦ ਕਰਾਏ ਤੋਂ ਬਿਨਾਂ ਸਾਡੇ ਕੋਲੇ ਹੋਰ ਕੋਈ ਚਾਰਾ ਨਹੀਂ, ਨਾ ਅਸੀਂ ਇਹਨੂੰ ਰੱਦ ਕਰਾਏ ਬਿਨਾਂ ਉੱਠਣਾ ਹੈ। ਤਾਂ ਸਰਕਾਰ ਜਿਹੜੀ ਹੁਣ ਉਹ ਸੁਪਰੀਮ ਕੋਰਟ ਵੀ ਗਈ ਹੈ, 2 ਉੱਥੇ ਤਰੀਕਾਂ ਪਈਆਂ ਨੇ। ਕੱਲ੍ਹ ਅਸੀਂ ਵੀ ਜਥੇਬੰਦੀਆਂ ਦੀ ਮੀਟਿੰਗ 'ਚ ਫੈਸਲਾ ਕੀਤਾ, ਆਪਣਾ ਇੱਕ ਵਕੀਲ ਜਿਹੜੇ ਨੇ ਸਾਡੇ ਸੀਨੀਅਰ ਵਕੀਲ, ਉਹਨਾਂ ਨੂੰ ਅਸੀਂ ਮਿਲਣ ਦਾ ਫੈਸਲਾ ਕੀਤਾ। ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੀ ਸਲਾਹ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਵੀ ਅਸੀਂ ਸੁਪਰੀਮ ਕੋਰਟ ਜਾਣਾ ਜਾਂ ਨਹੀਂ ਜਾਣਾ। ਸੰਘਰਸ਼ ਸਾਡਾ ਲਗਾਤਾਰ ਜਿਹੜਾ ਉਹ ਚੱਲ ਰਿਹਾ। ਅਵਤਾਰ ਸਿੰਘ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਸੁਪਰੀਮ ਕੋਰਟ ਦੇ ਵਿੱਚ ਵੀ ਇਹਦੀ ਕੱਲ੍ਹ ਵੀ ਤਰੀਕ ਪਈ ਆ, ਪਰ ਤੁਹਾਨੂੰ ਲੱਗਦਾ ਕਿ ਜਦੋਂ ਵੀ ਸਰਕਾਰਾਂ ਕੋਰਟ ਦਾ ਸਹਾਰਾ ਲੈਂਦੀਆਂ ਨੇ ਤਾਂ ਉਹਨੂੰ ਐ ਹੁੰਦਾ ਜੀ ਉਹਦੇ ਵਿੱਚ ਵਿਚੋਲੀਆ ਬਣਦਾ, ਕਿਉਂਕਿ ਇਹ ਵਿਚੋਲੀਆ ਹੀ ਦਬਾਉਣ ਲਈ, ਇਹ ਜਿਹੜੇ ਸੰਘਰਸ਼ ਆ ਇਹਨੂੰ ਦਬਾਉਣ ਲਈ ਹੀ ਇਹਨਾਂ ਨੇ ਸੁਪਰੀਮ ਕੋਰਟ ਦਾ ਸਹਾਰਾ ਲਿਆ। ਕਿਤੇ ਇਹ ਨਾ ਹੋਵੇ ਜਿਸ ਤਰ੍ਹਾਂ ਪਿਛਲੇ ਜਿੰਨੇ ਵੀ ਸੰਘਰਸ਼ ਚੱਲਦੇ ਨੇ ਉਹ ਜੂਸ ਪਿਆ ਕੇ ਹੀ ਲਾਸਟ ਨਿਬੜ ਜਾਂਦਾ, ਕਿਤੇ ਇਉਂ ਤਾਂ ਨਹੀਂ ਹੋਊਗਾ ਵੀ ਇਹ ਜੂਸ ਪਿਆਉਣ ਤੱਕ ਹੀ ਗੱਲ ਰਹਿ ਜੂਗੀ ਜੀ। ਦੇਖੋ ਜੀ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਵੀ ਜਿਹੜਾ ਇੱਕ ਸਰਕਾਰ ਉਦੋਂ ਜਾਂਦੀ ਹੈ ਅਦਾਲਤ ਦੇ ਵਿੱਚ ਵੀ ਜਦੋਂ ਵੇਖੋ ਉਹ ਕਹਿੰਦੇ ਨੇ ਜੀ ਸਾਡਾ ਨੁਕਸਾਨ ਹੋ ਰਿਹਾ ਪਬਲਿਕ ਪ੍ਰਾਪਰਟੀ ਦਾ, ਜਾਂ ਕਿਸਾਨ ਸੜਕਾਂ ਰੋਕ ਕੇ ਬੈਠੇ ਨੇ, ਦੋਨੋਂ ਗੱਲਾਂ ਝੂਠ ਨੇ। ਤੁਸੀਂ ਜਿਹੜੇ ਮਰਜ਼ੀ ਬਾਰਡਰ ਤੇ ਚਲੇ ਜਾਓ, 1 ਪੈਸੇ ਦਾ ਪਬਲਿਕ ਪ੍ਰਾਪਰਟੀ ਦਾ ਨੁਕਸਾਨ ਕਿਸਾਨਾਂ ਨੇ ਨਹੀਂ ਕੀਤਾ, ਸਗੋਂ ਉਲਟਾ ਹਰਿਆਣਾ ਸਰਕਾਰ ਨੇ ਸੜਕਾਂ ਪੁੱਟਤੀਆਂ, ਨੈਸ਼ਨਲ ਹਾਈਵੇ ਪੁੱਟਦੇ ਕਿਸਾਨਾਂ ਦੇ ਇੱਥੇ ਆਉਣ ਤੋਂ ਪਹਿਲਾਂ। ਹੁਣ ਵੀ ਬੈਰੀਕੇਡ ਲਾ ਕੇ ਸਰਕਾਰ ਰੋਕੀ ਬੈਠੀ ਹੈ। ਤਾਂ ਇਹਨਾਂ ਦਾ ਸੁਪਰੀਮ ਕੋਰਟ ਜਾਣ ਦਾ ਉਦੋਂ ਹੁੰਦਾ ਵੀ ਇਹਨੂੰ ਕਿਵੇਂ ਨਾ ਕਿਵੇਂ ਲਮਕਾਇਆ ਜਾਵੇ, ਜਾਂ ਇੱਕ ਜਿਹੜਾ ਸਰਕਾਰ ਲੋਕਾਂ ਦੇ ਜ਼ਬਰ ਨਹੀਂ ਕਰ ਸਕਦੀ, ਕਿਉਂਕਿ ਉਹ ਕਹਿਣਾ ਚਾਹੁੰਗੇ ਵੀ ਵੇਖੋ ਸੁਪਰੀਮ ਕੋਰਟ ਸਰਵਉੱਚ ਹੈ, ਕਾਨੂੰਨ ਨੂੰ ਅਸੀਂ ਮੰਨਦੇ ਹਾਂ, ਸੰਵਿਧਾਨ ਨੂੰ ਅਸੀਂ ਮੰਨਦੇ ਹਾਂ, ਜਦੋਂ ਉਹ ਕਹਿ ਰਹੇ ਤਾਂ ਉਹਦਾ ਸਨਮਾਨ ਕਰੋ। ਪਰ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਵੀ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਹੈ ਉਹਨੂੰ ਅਸੀਂ ਨਹੀਂ ਲੰਘਿਆ, ਉਹਨੂੰ ਇੱਥੋਂ ਦੀ ਹਕੂਮਤ ਨੇ ਲੰਘਿਆ। ਸੋ ਸੁਪਰੀਮ ਕੋਰਟ ਦਾ ਜੋ ਸਹਾਰਾ ਲੈਣਗੇ, ਸੁਪਰੀਮ ਕੋਰਟ ਵੀ ਜੇ ਲੋਕਾਂ ਦੇ ਜ਼ਬਰ ਕਰਨ ਦਾ ਸਮਝੋ ਵੀ ਜੇਕਰ ਉਹ ਇਸ਼ਾਰਾ ਕਰਦੀ ਜਾਂ ਇਹਨਾਂ ਨੂੰ ਹੁਕਮ ਦਿੰਦੀ ਆ, ਤਾਂ ਸਾਨੂੰ ਇਹ ਬਿਲਕੁਲ ਪਹਿਲਾਂ ਵੀ ਇਹ ਗੱਲਾਂ ਆਈਆਂ, ਹੁਣ ਵੀ ਇਹ ਕਲੀਅਰ ਹੋ ਜਾਊਗਾ ਵੀ ਸੁਪਰੀਮ ਕੋਰਟ ਜਿਹੜੀ ਉਹ ਨਿਰਪੱਖ ਨਹੀਂ ਰਹਿ ਗਈ, ਉਹ ਬਿਲਕੁਲ ਜਿਹੜੀ ਇੱਥੋਂ ਦੀ ਫਾਸ਼ੀਓ ਦੀ ਸਰਕਾਰ ਹੈ ਉਹਦੇ ਪੰਜੇ 'ਚ ਹੈ ਤੇ ਉਹਦੇ ਮੁਤਾਬਕ ਚੱਲ ਰਹੀ ਹੈ। ਸੋ ਅਸੀਂ ਉਮੀਦ ਕਰਦੇ ਹਾਂ ਵੀ ਉਹ ਕਿਸਾਨਾਂ ਦੇ ਪੱਖ 'ਚ ਖੜਨ। ਭਾਜੀ ਬਿਲਕੁਲ ਜੀ, ਜਿਹੜੀ ਤੁਸੀਂ ਗੱਲ ਵੀ ਕੀਤੀ ਹੋ ਕਿ ਜਿਹੜੇ ਕਾਨੂੰਨ ਆ ਅਦਾਲਤਾਂ ਨੇ ਇਹ ਜੇ ਕਹਿ ਦਿੱਤਾ ਜਾਵੇ ਤਾਂ ਸਾਨੂੰ ਇਹ ਤੋਂ ਉਮੀਦ ਘੱਟ ਆ ਜੀ, ਕਿਉਂਕਿ ਹੁਣ ਤੱਕ ਜਦੋਂ ਵੀ ਇਹ ਦੇਖਿਆ, ਖਾਸ ਕਰਕੇ ਬੀਜੇਪੀ ਆ, ਇਹਨਾਂ ਦੇ ਜਿਹੜੇ ਕੋਈ ਵੀ ਜੱਜ ਹੁੰਦੇ ਨੇ ਉਹਨਾਂ ਨੂੰ ਬਾਅਦ 'ਚ ਰਾਜ ਸਭਾ ਮੈਂਬਰ ਲੈ ਲੈਂਦੇ ਨੇ, ABC ਇੱਦਾਂ ਦੀਆਂ ਕਈ ਚੀਜ਼ਾਂ ਉਦਾਹਰਨਾਂ ਸਾਹਮਣੇ ਆਈਆਂ ਨੇ। ਪਰ ਇੱਕ ਗੱਲ ਜ਼ਰੂਰ ਹੈ ਵੀਰੇ, ਸਾਨੂੰ ਅੱਜ ਲਗਭਗ 23 ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਔਰ ਦਿੱਲੀ ਆ ਜਿਹੜੀ ਉਹ ਕਹਿੰਦੇ ਰੰਗੀ ਵਸਦੀ ਆ। ਤੁਸੀਂ ਇੱਥੋਂ 35-40 ਕਿਲੋਮੀਟਰ ਅੱਗੇ ਚਲੇ ਜਾਓ ਜੀ, ਦਿੱਲੀ ਦੇ ਵਿੱਚ ਕੋਈ ਹੈ ਨਹੀਂਗਾ ਜੀ, ਕਿਉਂਕਿ ਅਸੀਂ ਹਰਿਆਣੇ ਦੇ ਵਿੱਚ ਬੈਠੇ ਹਾਂ। ਇਹਦੇ ਨਾਲ ਕੀ ਬਾਹਲਾ ਦਿੱਲੀ 'ਤੇ ਕੋਈ ਪ੍ਰਭਾਵ ਪਊਗਾ ਜੀ? ਕਿਉਂਕਿ ਇਸੇ ਤਰ੍ਹਾਂ ਹੀ ਜੇਕਰ ਬੈਠੇ ਰਹੇ, ਲੰਬਾ ਸਮਾਂ ਲੰਘ ਰਿਹਾ, ਉਹ ਸਰਕਾਰ ਵੀ ਚਾਹੁੰਦੀ ਹੈ ਕਿ ਇੱਦਾਂ ਹੀ ਇਹ ਬੈਠੇ ਰਹਿਣ, ਕਿਉਂਕਿ ਜਿਹੜੀਆਂ ਪਹਿਲੀਆਂ ਸਾਡੀਆਂ ਮੀਟਿੰਗਾਂ ਹੋਈਆਂ ਨੇ ਸਰਕਾਰ ਨਾਲ ਉਹ ਬੇਸਿੱਟਾਂ ਰਹੀਆਂ ਨੇ। ਉਹਨੂੰ ਲੱਗਿਆ ਕਿ ਹੁਣ ਇਹਨਾਂ ਦਾ ਜੋਸ਼ ਆਉਣ ਵਾਲੇ ਦਿਨਾਂ ਦੇ ਵਿੱਚ ਘਟੂਗਾ। ਜੇਕਰ ਇਸੇ ਤਰ੍ਹਾਂ ਹੀ ਰਿਹਾ ਤਾਂ ਜਿਹੜੀਆਂ ਕਿਸਾਨ ਯੂਨੀਅਨ ਨੇ ਉਹ ਅੱਗੇ ਜਾ ਕੇ ਕੋਈ ਨਵਾਂ ਫੈਸਲਾ ਲੈਣਗੇ ਦਿੱਲੀ ਨੂੰ ਕੂਚ ਕਰਨ ਦਾ ਜੀ। ਦੇਖੋ ਜੀ, ਮੈਂ ਤੁਹਾਡੇ ਨਾਲ 2 ਗੱਲਾਂ ਕਰਨੀਆਂ ਚਾਹੁੰਦਾ। ਇੱਕ ਤਾਂ ਇਹ ਵੀ ਅਸੀਂ ਜਿਹੜਾ ਬੈਠੇ ਹਾਂ ਤੇ ਅੰਦਰ ਕੋਈ ਫਰਕ ਨਹੀਂ। 2 ਗੱਲਾਂ ਨੇ। ਜਦੋਂ ਅਸੀਂ ਪੰਜਾਬ ਤੋਂ ਤੁਰੇ ਸਾਂ, ਅਸੀਂ 2 ਬਾਰਡਰ ਹੀ ਬੰਦ ਕੀਤੇ ਸੀ। ਸਾਡੇ ਇੱਥੇ ਬਹਿਣ ਤੋਂ ਬਾਅਦ ਇਹ ਦੇਸ਼ ਦਾ ਕਿਸਾਨ ਦੇ ਸਾਹਮਣੇ ਇੱਕ ਮਿਸਾਲ ਪੈਦਾ ਹੋਈ, ਔਰ ਹੋਰ ਜਥੇਬੰਦੀਆਂ ਸਾਡੇ ਨਾਲ ਰਲੀਆਂ ਤੇ ਉਹਨਾਂ ਨੇ ਜਿਹੜਾ ਪੰਜਾਬ ਮਾਡਲ ਨੂੰ ਪੂਰੇ ਦੇਸ਼ 'ਚ ਲੈ ਗਏ ਤੇ ਦੂਜੇ ਬਾਰਡਰ ਵੀ ਬੰਦ ਕੀਤੇ ਨੇ। ਇੱਕ ਗੱਲ। ਦੂਜੀ ਗੱਲ ਇਹ ਆ ਕਿ ਅਸੀਂ ਜਿਹੜੇ ਲੋਕ ਨੇ ਦਿੱਲੀ ਅੰਦਰ,
ਅਸੀਂ ਸਾਡੀ ਉਹਨਾਂ ਨਾਲ ਕੋਈ ਵਿਰੋਧਤਾ ਹੀ ਨਹੀਂ ਹੈ। ਅਸੀਂ ਉਹਨਾਂ ਨੂੰ ਕੋਈ ਤੰਗੀ ਨਹੀਂ ਦੇਣੀ ਚਾਹੁੰਦੇ। ਦਿੱਲੀ ਦੇ ਬਾਰਡਰ ਦੇ ਬਾਹਰ ਬੈਠੇ ਆ ਤਾਂ ਅਸੀਂ ਇੱਥੋਂ ਦੀ ਜਿਹੜੀ ਹਕੂਮਤ ਹੈ ਉਹਨੂੰ ਘੇਰ ਕੇ ਬੈਠੇ ਆ। ਇਹ ਸਾਡਾ ਉਹਨਾਂ ਨੂੰ ਚੈਲੰਜ ਆ ਵੀ ਤੁਹਾਡੀ ਸਰਕਾਰ, ਤੁਹਾਡਾ ਰਾਜ ਤੇ ਤੁਹਾਡਾ ਨੈਸ਼ਨਲ ਇਹ ਉਹਨਾਂ ਦਾ ਰਾਹ ਹੈ। ਆਪਣੇ ਪੰਜਾਬੀ 'ਚ ਇੱਕ ਆਪ ਕਹਿੰਦੇ ਨਾ ਵੀ ਯਾਰ ਸਾਡਾ ਤੂੰ ਰਾਹ ਨਹੀਂ ਡੱਕ ਸਕਦਾ। ਇਹ ਅਸੀਂ ਲੋਕਾਂ ਦਾ ਨਹੀਂ, ਲੋਕ ਸਾਡੇ ਨੇ, ਅਸੀਂ ਸਰਕਾਰ ਦਾ ਰਾਹ ਡੱਕਿਆ ਹੋਇਆ। ਸਰਕਾਰ ਨੂੰ ਅਸੀਂ, ਹਕੂਮਤ ਨੂੰ ਕੈਦ ਕੀਤਾ ਹੋਇਆ ਦਿੱਲੀ ਦੇ ਅੰਦਰ ਵੀ ਜਾਂ ਸਾਡੇ ਨਾਲ ਗੱਲ ਕਰੋ ਜਾਂ ਸਾਡੇ ਤੇ ਜੋ ਕਰਨਾ ਕਰ ਲਓ, ਅਸੀਂ ਬੈਠੇ ਹਾਂ। ਤਾਂ ਇਹਦਾ ਬਿਲਕੁਲ ਇਹ ਨਹੀਂ ਆ। ਅਸੀਂ ਇੱਥੇ ਬੈਠ ਕੇ ਜਿਵੇਂ ਇੱਕ ਵਾਰੀ ਕਹਿੰਦੇ ਨਾ ਵੀ ਅਗਾਂਹ ਵਧਣ ਤੋਂ ਪਹਿਲਾਂ ਇੱਕ ਵਾਰੀ ਆਪਦੀ ਤਾਕਤ ਨੂੰ ਜਿਹੜਾ ਇਕੱਠਾ ਕਰ ਰਹੇ ਹਾਂ, ਦੇਖ ਰਹੇ ਹਾਂ। ਅਸੀਂ ਇੱਥੇ ਬੈਠ ਕੇ ਪੂਰੇ ਦੇਸ਼ ਦੇ ਲੋਕਾਂ ਨੂੰ ਸੱਦਾ ਦਿੱਤਾ ਹੈ। ਲੋਕ ਸਾਡੇ ਨਾਲ ਆ ਰਹੇ ਨੇ ਔਰ ਜਦੋਂ ਅਸੀਂ ਵੇਖਾਂਗੇ ਵੀ ਸਾਡੀ ਤਾਕਤ ਹੁਣ ਹੋਰ ਜ਼ਿਆਦਾ ਤਾਕਤਵਰ ਤਾਂ ਅਸੀਂ ਬਿਲਕੁਲ ਅੱਗੇ ਸਟੈਪ ਚੁੱਕਾਂਗੇ। ਕਿਉਂ ਨਹੀਂ ਚੁੱਕਾਂਗੇ? ਕਿਉਂਕਿ ਦੇਖੋ ਜਿੰਨੀ ਦੇਰ ਜਿਹੜੀਆਂ ਸਾਡੀ ਨਾ ਸਪਲਾਈ ਜਿੰਨੀ ਦੇਰ ਅਸੀਂ ਬੰਦ ਨਹੀਂ ਕਰਾਂਗੇ ਤਾਂ ਸਰਕਾਰ ਨੂੰ ਬਾਹਲਾ ਹੱਲੇ ਫਰਕ ਨਹੀਂ ਪੈਣਾ। ਕਿਉਂਕਿ ਜਦੋਂ ਸਪਲਾਈ ਲਾਈਨ ਟੁੱਟਦੀ ਆ ਉਦੋਂ ਹੀ ਸਰਕਾਰਾਂ ਨੂੰ ਫਿਕਰ ਪੈਂਦਾ ਕਿ ਅੱਗੇ ਸਾਡੇ ਕੋਲੇ ਕੁਝ ਹੈ ਨਹੀਂਗਾ ਜੀ। ਕਿਉਂਕਿ ਉਹ ਸਪਲਾਈ ਲਗਾਤਾਰ ਚੱਲ ਰਹੀ, ਦੁੱਧ ਜਾ ਰਿਹਾ, ਸਬਜ਼ੀਆਂ ਜਾ ਰਹੀਆਂ, ਉਹਦੇ ਨਾਲ ਇਹ ਅਸੀਂ ਮੰਨਦੇ ਹਾਂ ਕਿ ਸਾਡਾ ਦਿੱਲੀ ਵਾਸੀਆਂ ਨਾਲ ਕੋਈ ਸਾਡੀ ਲੜਾਈ ਨਹੀਂ। ਪਰ ਜੇਕਰ ਦੇਖਿਆ ਜਾਵੇ ਤਾਂ ਜਿੰਨੀ ਦੇਰ ਇਹ ਸਪਲਾਈ ਲਾਈਨ ਨਹੀਂ ਟੁੱਟੂਗੀ ਸਰਕਾਰ ਨਹੀਂ ਡਿੱਗੂਗੀ ਜੀ। ਦੇਖੋ ਜੀ, ਜਿਹੜੀ ਸਰਕਾਰ ਡਿੱਗਣ ਤੁਸੀਂ ਗੱਲ ਕਰਦੇ ਹੋ, ਸਪਲਾਈ ਲਾਈਨ ਜਦੋਂ ਤੁਸੀਂ ਤੋੜ ਦਿੰਦੇ ਆ, ਸਪਲਾਈ ਲਾਈਨ ਟੁੱਟਣ ਨਾਲ ਫਾਇਦਾ ਫਿਰ ਉਹਨਾਂ ਸੂਦਖੋਰ ਜਿਹੜੇ ਜਮਾਖੋਰ ਨੇ ਉਹਨਾਂ ਨੂੰ ਹੋਊਗਾ, ਕਿਉਂਕਿ ਉਹ ਪੰਜਾਂ ਦੀ ਚੀਜ਼ 50 'ਚ ਵੇਚਣਗੇ। ਉਹਦਾ ਨੁਕਸਾਨ ਆਮ ਜਨਤਾ ਨੂੰ ਹੋਊਗਾ ਤੇ ਆਮ ਜਨਤਾ ਸਾਡੇ ਵਿਰੋਧ 'ਚ ਖੜੀ ਹੋ ਜੂਗੀ ਇਸ ਗੱਲ 'ਚੋਂ। ਸੋ ਅਸੀਂ ਆਮ ਜਨਤਾ ਨੂੰ ਵਿਰੋਧ 'ਚ ਨਹੀਂ ਖੜਾ ਕਰਨਾ। ਅਸੀਂ ਇੱਥੋਂ ਲਾਮਬੰਦੀ ਵਧਾਵਾਂਗੇ, ਲਾਮਬੰਦੀ ਵਧਾ ਕੇ ਉਸ ਜਗ੍ਹਾ 'ਤੇ ਪਹੁੰਚਾਂਗੇ ਜਿੱਥੇ ਸਰਕਾਰ ਦੀ ਦੁੱਖ ਦੀ ਰਾਗ ਹੈ, ਉੱਥੇ ਪਹੁੰਚਾਂਗੇ ਔਰ ਉੱਥੋਂ ਫਿਰ ਜਾਂ ਕਹਿ ਲਓ ਅਸੀਂ ਪਾਰਲੀਮੈਂਟ ਵੱਲ ਕੂਚ ਕਰਾਂਗੇ ਜਾਂ ਜਿੱਥੇ ਇਹ ਕਾਨੂੰਨ ਬਣਦੇ ਨੇ, ਜਿੱਥੇ ਇਹੋ ਜਿਹੇ ਕਾਨੂੰਨ, ਲੋਕ ਵਿਰੋਧੀ ਕਾਨੂੰਨ ਘੜੇ ਜਾਂਦੇ ਨੇ। ਉਸ ਤੋਂ ਪਹਿਲਾਂ ਅਸੀਂ ਇੱਥੇ ਬੈਠ ਕੇ ਹਕੂਮਤ ਨੂੰ ਦੱਸਣਾ ਚਾਹੁੰਦੇ ਹਾਂ ਵੀ ਹੁਣ ਇਹ ਜਿਹੜੀ ਲੜਾਈ ਹੈ ਪੂਰੇ ਦੇਸ਼ 'ਚ ਫੈਲ ਰਹੀ ਆ, ਲੋਕ ਇਹਨੂੰ ਲਗਾਤਾਰ ਦੇਖ ਰਹੇ ਨੇ, ਇਹਦੇ ਨਾਲ ਇਕੱਠੇ ਹੋ ਰਹੇ ਨੇ। ਇਹ ਸਨ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਲੀਡਰ ਅਵਤਾਰ ਸਿੰਘ ਮਹਿਮਾ, ਜਿਨ੍ਹਾਂ ਨੇ ਗੱਲਬਾਤ ਕੀਤੀ। ਬਹੁਤ ਵਿਸਥਾਰ ਨਾਲ ਇਹਨਾਂ ਨੇ ਦੱਸਿਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸਾਡੀਆਂ ਸੀਨੀਅਰ ਲੀਡਰਸ਼ਿਪ ਆ ਉਹਨਾਂ ਦਾ ਜੋ ਵੀ ਹੁਕਮ ਹੋਊਗਾ ਉਹਨੂੰ ਲੈ ਕੇ ਅਸੀਂ ਅੱਗੇ ਇੰਪਲੀਮੈਂਟ ਕਰਾਂਗੇ ਜੀ। ਸਾਨੂੰ ਤਕਰੀਬਨ ਜੀ 8 ਦਿਨ ਹੋ ਗਿਆ ਆਇਆਂ ਨੂੰ ਇੱਥੇ, ਤੇ ਇੱਥੇ ਹੀ ਠਹਿਰੇ ਹੋਏ ਆ ਜੀ ਅਸੀਂ ਲਗਾਤਾਰ। ਤੇ ਕੱਲ ਸਾਡੇ ਉੱਥੋਂ ਮਤਾਵਾਂ ਵੀ ਆਈਆਂ ਹੋਈਆਂ, ਉਹਨਾਂ ਦੇ ਨਾਲ ਹੀ ਅਸੀਂ 15-20 ਮਤਾਵਾਂ ਆਈਆਂ ਉੱਥੋਂ ਆਪਣੇ ਮੋਗੇ ਜ਼ਿਲ੍ਹੇ ਤੋਂ, ਢੁੱਡੀਕਿਆਂ ਤੋਂ, ਤੇ ਉਹ ਵੀ ਸਾਡੇ ਨਾਲ ਹੀ ਉੱਥੇ ਠਹਿਰੀਆਂ ਹੋਈਆਂ ਜੀ, ਉਹਨਾਂ ਦੇ ਨਾਲ ਹੀ। ਹਾਂਜੀ। ਤੇ ਜਿਹੜਾ ਇਹ ਕਿਸਾਨੀ ਸੰਘਰਸ਼ ਚੱਲ ਰਿਹਾ, ਜਿਹੜੇ ਅਸੀਂ ਬਿੱਲ ਵਾਪਸ ਲੈਣ ਦੀ ਗੱਲ ਕਰ ਰਹੇ ਹਾਂ, ਉਸ ਬਾਰੇ ਤੁਹਾਡਾ ਕੀ? ਦੇਖੋ ਜੀ, ਜਿਹੜੇ ਇਹ 3 ਕਾਲੇ ਕਾਨੂੰਨ ਭਾਜਪਾ ਸਰਕਾਰ ਲੈ ਕੇ ਆਈ ਆ, ਇਹ ਸਾਡੇ ਕਿਸਾਨਾਂ ਦੀ ਹੋਂਦ ਦੀ ਲੜਾਈ ਬਣ ਗਈ ਆ। ਦੇਖੋ, ਇਹ ਤਾਂ ਇਹਨੂੰ ਵਾਪਸ ਕਰਨੇ ਹੀ ਪੈਣੇ ਆ। ਅੱਜ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਬਿੱਲ ਲੈ ਕੇ ਆਂਦੇ ਆ, ਹੌਲੀ ਹੌਲੀ ਜਿਹੜੇ ਕੋਆਪਰੇਟਿਵ ਘਰਾਣੇ ਉਹ ਸਾਡੀਆਂ ਜ਼ਮੀਨਾਂ ਨੂੰ ਨਿਗਲ ਜਾਣਗੇ ਔਰ ਕਿਸਾਨੀ ਨੂੰ ਹੌਲੀ ਹੌਲੀ, ਸਾਡੇ ਕਿਸਾਨਾਂ ਨੂੰ ਖੇਤੀ ਤੋਂ ਬਾਹਰ ਕਰ ਦੇਣਗੇ। ਔਰ ਇਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਤੋਮਰ ਸਾਹਿਬ ਨੇ ਕੱਲ੍ਹ ਕਿਹਾ ਸੀ ਕਿ ਜਿਹੜੇ ਪੰਜਾਬ ਦੇ ਵਿੱਚੋਂ ਹੀ ਇਕੱਲੇ ਸਟੇਟ ਆ ਵੀ ਜਿਹੜੇ ਧਰਨਾ ਕਰ ਰਹੇ ਜਾਂ ਪ੍ਰੋਟੈਸਟ ਕਰ ਰਹੇ ਆ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਵੀ ਜਦੋਂ ਸਾਡੀ ਆਜ਼ਾਦੀ ਦੀ ਲੜਾਈ ਸੀ 1947 ਤੋਂ ਪਹਿਲਾਂ ਦੀ ਗੱਲ ਕਰੀਏ, ਜਦੋਂ ਅਸੀਂ ਅੰਗਰੇਜ਼ ਭਜਾਏ ਸੀ, ਉਦੋਂ ਵੀ ਸਾਡੀਆਂ ਤਕਰੀਬਨ 95% ਤੋਂ ਉੱਪਰ ਕੁਰਬਾਨੀਆਂ ਇਕੱਲੇ ਪੰਜਾਬੀਆਂ ਦੀਆਂ। ਉਦੋਂ ਵੀ ਦੇਸ਼ ਦੀ ਜਿਹੜੀ ਲੜਾਈ ਆ ਨਾ, ਆਜ਼ਾਦੀ ਦੀ ਲੜਾਈ, ਉਹ ਪੰਜਾਬੀਆਂ ਨੇ ਲੜੀ ਸੀ, ਜੋ ਕਿ ਸਭ ਤੋਂ ਵੱਧ ਫਾਂਸੀਆਂ ਤੇ ਜਿਹੜੇ ਚੜ੍ਹਨ ਵਾਲੇ ਵੀ ਸਾਡੇ ਪੰਜਾਬੀ ਸੀ। ਔਰ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਕਿ ਜੇ ਇਹ ਸੋਚਦੇ ਆ ਵੀ ਇਹ ਠੰਡ ਤੋਂ ਡਰਦੇ ਜਾਂ ਕਿਸੇ ਹੋਰ ਤਰੀਕੇ ਤੋਂ ਵੀ ਇਸ ਪ੍ਰੋਟੈਸਟ ਨੂੰ ਵੱਧ ਤੋਂ ਵੱਧ ਲੰਬਾ ਕੀਤਾ ਜਾਵੇ ਵੀ ਇਹ ਚਲੇ ਜਾਣਗੇ, ਉਹਨਾਂ ਨੂੰ ਦੱਸਣਾ ਚਾਹੁੰਦੇ ਵੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ। ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਪੋਤਰੇ ਛੋਟੇ ਛੋਟੇ ਸੀਗੇ, 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ, ਉਹ ਉਸ ਸਮੇਂ ਤਾਂ ਇਸ ਤੋਂ ਜ਼ਿਆਦਾ ਠੰਡ ਸੀ ਔਰ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਠੰਡੇ ਬੁਰਜ 'ਚ ਰੱਖਿਆ ਗਿਆ। ਮੈਂ ਤਾਂ ਇਹ ਕਹਿੰਦਾ ਵੀ ਸਾਡੀ ਕੌਮ ਦੇ ਲਈ ਕਿਤੇ ਨਾ ਕਿਤੇ ਇਹ ਇੱਕ ਸੰਦੇਸ਼ ਵੀ ਆ ਕਿ ਉਸ ਸਮੇਂ ਕਿੰਨੀ ਠੰਡ ਸੀ, ਜਿਹਨੂੰ ਅਸੀਂ ਕੋਈ ਇੱਥੇ ਹੀਟਰ ਨਹੀਂ ਹੈਗੇ, ਕੋਈ ਕੁਛ ਨਹੀਂ, ਅਸੀਂ ਸੜਕਾਂ 'ਤੇ ਪੈ ਕੇ ਅਸੀਂ ਉਸ ਗੱਲ ਨੂੰ ਵੀ ਅਨੁਭਵ ਕਰ ਸਕਦੇ ਹਾਂ ਜਦੋਂ ਸਾਡੇ ਆਪਦੇ ਤਨ 'ਤੇ ਬੀਤਦੀ ਆ ਕਿ ਕਿਸ ਤਰ੍ਹਾਂ ਦੇ ਉਦੋਂ ਹਾਲਾਤ ਹੋਣਗੇ, ਵੀ ਕਿਹੜੇ ਹਾਲਾਤਾਂ ਦੇ ਵਿੱਚ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਰਹੇ ਹੋਣਗੇ। ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਇਹ ਜਲਦੀ ਤੋਂ ਜਲਦੀ ਇਹ 3 ਬਿੱਲ ਆ ਜਿਹੜੇ ਇਹਨਾਂ ਨੂੰ ਵਾਪਸ ਕੀਤਾ ਜਾਵੇ, ਕਿ ਤਾਂ ਜੋ ਜਿਹੜੇ ਕਿਸਾਨ ਆ, ਪੰਜਾਬ ਦੇ ਕਿਸਾਨ, ਜਿਹਨੇ ਕਿ ਤੁਸੀਂ ਦੇਖਿਆ ਵੀ ਸੰਨ 47 ਤੋਂ ਬਾਅਦ ਸਾਨੂੰ ਠੂਠਾ ਫੜ ਕੇ ਦੂਜੇ ਦੇਸ਼ਾਂ 'ਚ ਜਾਣਾ ਪੈਂਦਾ ਸੀ ਅੰਨ ਲਿਆਉਣ ਲਈ। ਉਸ ਤੋਂ ਬਾਅਦ ਪੰਜਾਬ ਦੇ ਔਰ ਹਰਿਆਣੇ ਦੇ ਵਿੱਚ ਹਰੀ ਕ੍ਰਾਂਤੀ ਦੇ ਰੂਪ 'ਚ ਇੱਕ ਤਰ੍ਹਾਂ ਨਾਲ ਜਿਹੜਾ ਸਾਨੂੰ ਮਾਰੂ ਹੀ ਸਾਬਤ ਹੋਇਆ ਔਰ ਹਰੀ ਕ੍ਰਾਂਤੀ ਲਿਆਂਦੀ ਗਈ, ਜਿਹਨੇ ਇਕੱਲੇ ਪੰਜਾਬ ਨੇ ਔਰ ਹਰਿਆਣੇ ਨੇ ਸਾਰੇ
ਮਤਲਬ ਹਿੰਦੁਸਤਾਨ ਦਾ ਢਿੱਡ ਹੀ ਨਹੀਂ ਭਰਿਆ, ਔਰ ਫੂਡ ਪੱਖੋਂ ਸਾਡਾ ਜਿਹੜਾ ਸਰਪਲਸ ਹੋ ਗਈ ਸਾਡੀ ਜਿਹੜੀ ਕੰਟਰੀ ਆ। ਇਹਨਾਂ ਦਾ ਕਹਿਣਾ ਕਿ ਅਸੀਂ ਆਏ ਆ ਤਾਂ ਇਸ ਜਿਹੜਾ ਬਿੱਲ ਆ ਇਹ ਰੱਦ ਕਰਾ ਕੇ ਹੀ ਜਾਵਾਂਗੇ, ਜੇਕਰ ਜਾਂਦੇ ਵੀ ਤਾਂ ਅਸੀਂ ਵਾਪਸ ਆ ਜਾਂਦੇ ਆ, ਕਿਉਂਕਿ ਅਸੀਂ ਪਿੱਛੇ ਪਰਿਵਾਰ ਵੀ ਦੇਖਣਾ ਹੁੰਦਾ, ਪਰ ਅਸੀਂ ਇਹ ਜਿਹੜਾ ਸੰਘਰਸ਼ਾ ਛੱਡ ਕੇ ਉਨੀ ਦੇਰ ਤੱਕ ਵਾਪਸ ਨਹੀਂ ਜਾਵਾਂਗੇ। ਸਾਡੇ ਨਾਲ ਮੌਜੂਦ ਨੇ ਜੀ ਦੀਪਕ ਸ਼ਰਮਾ ਜੀ, ਜਿਹੜੇ HP ਪੰਪ ਦੇ ਮੈਨੇਜਰ ਨੇ। ਮੈਂ ਦੇਖਦਾ ਜੀ ਕਿਉਂ ਇੱਥੇ ਲਗਭਗ ਇਹ ਪੰਪ ਘੱਟ ਤੇ ਲੰਗਰ ਵੱਧ ਲੱਗ ਰਿਹਾ, ਕਿਉਂਕਿ ਇਹ ਦਿੱਲੀ ਸਿੰਘੂ ਬਾਰਡਰ ਦੇ ਨਜ਼ਦੀਕ ਨੇ, ਤੇ ਇਹਨਾਂ ਨੇ ਕਹਿੰਦੇ ਨੇ ਕਿ ਕਿਸਾਨਾਂ ਲਈ ਹਰ ਜੋ ਸਹੂਲਤ ਇਹਨਾਂ ਨੂੰ ਕਿਸਾਨਾਂ ਨੂੰ ਚਾਹੀਦੀ ਸੀ ਉਹ ਇਹਨਾਂ ਨੂੰ ਦਿੱਤੀ ਹੋਈ ਆ। ਕਰਦੇ ਇਹਨਾਂ ਨਾਲ ਗੱਲਬਾਤ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। हाँ जी, सत श्री अकाल जी। हाँ जी सर, रुके हुए हैं सर किसान जी मेरे पास सर। हाँ जी, हाँ जी सर, क्या क्या सहूलतें दे रहे हैं आप लोग? बिल्कुल सर, रहने के लिए सर यहाँ पे जी, सोने के लिए भी है जी। हाँ जी, हाँ जी, अपना नहाने के लिए भी है, पानी के लिए भी है, लैट्रिन बाथरूम के लिए भी है जी, सभी चीज़ के लिए जी। ਹਾਂਜੀ ਭਾਜੀ, ਜਿਹੜਾ ਤੁਸੀਂ ਆਪਣੇ ਪੰਪ ਦਾ ਜ਼ਰੂਰ ਦੱਸ ਦਿਓ ਕਿੱਥੇ ਦਾ ਕੀ ਨਾਮ ਹੈ ਜੀ? ये हमारा जो पेट्रोल पंप है जी, ये मालवा HP का पेट्रोल पंप है जी, और ये नेशनल हाईवे पे कुंडली में पड़ता है जी। ਹਾਂਜੀ, हाँ जी सर। ਜੇਕਰ ਹੁਣ ਵੀ ਕਿਸੇ ਵੀ ਕਿਸਾਨ ਨੂੰ ਜ਼ਰੂਰਤ ਹੈ ਕਿਸੇ ਵੀ ਚੀਜ਼ ਦੀ ਤਾਂ ਉਹ ਮਾਲਵਾ ਪੰਪ ਵਾਲਿਆਂ ਦੇ ਜਿਹੜੇ ਮੈਨੇਜਰ ਨੇ ਉਹਨਾਂ ਨਾਲ ਸੰਪਰਕ ਕਰ ਸਕਦਾ, ਕਿਉਂਕਿ ਇਹਨਾਂ ਵੱਲੋਂ ਦਿੱਤੀ ਕਿਸਾਨਾਂ ਦੀ ਸਹੂਲਤ ਅਸੀਂ ਦੇਖ ਰਹੇ ਹਾਂ ਕਿ ਮੈਂ ਕੈਮਰਾਮੈਨ ਨੂੰ ਵੀ ਕਹੂੰਗਾ ਕਿ ਆਸੇ-ਪਾਸੇ ਜ਼ਰੂਰ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਦੇ ਸਾਡੇ ਕਿਸਾਨਾਂ ਦੇ ਮੰਨ ਲਓ ਗੱਡੀਆਂ ਖੜੀਆਂ ਨੇ, ਕਿਉਂਕਿ ਚਾਰ ਸਵੇਰੇ ਟਰਾਲੀਆਂ ਖੜੀਆਂ ਨੇ। ਇਹਨਾਂ ਦਾ ਕਹਿਣਾ ਕਿ ਅਸੀਂ ਕਿਸਾਨਾਂ ਨੂੰ ਰਹਿਣ ਵਾਸਤੇ ਜਗ੍ਹਾ ਦਿੱਤੀ ਹੋਈ ਆ, ਪਾਣੀ ਦਾ ਇੰਤਜ਼ਾਮ ਆ, ਜੇ ਟਾਇਲਟ ਬਾਥਰੂਮ ਆ ਜਾਂ ਕੋਈ ਵੀ ਹਾਂਜੀ ਹਾਂਜੀ ਹਾਂਜੀ, ਪਿਛਲੇ ਪਾਸੇ ਵੀ ਦਿਖਾਇਆ, ਹਾਂਜੀ ਹਾਂਜੀ, ਤੇ ਸਭ ਹੀ ਦਿਖਾਇਆ ਇੱਥੇ ਉਹਨਾਂ ਨੇ ਦਿੱਤੀ ਹੋਈ ਆ। ਜੇਕਰ ਫਿਰ ਵੀ ਕਿਸੇ ਜ਼ਰੂਰਤ ਕਿਸਾਨਾਂ ਨੂੰ ਜ਼ਰੂਰਤ ਪੈਂਦੀ ਆ ਤਾਂ ਇੱਥੇ ਆ ਕੇ ਮੈਨੇਜਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਆ, ਕਿਉਂਕਿ ਕਿਸਾਨਾਂ ਨੇ ਇੱਥੇ ਸੰਘਰਸ਼ ਲੜਨਾ ਹੈ, ਪਤਾ ਨਹੀਂ ਕਿੰਨਾ ਲੰਬਾ ਸਮਾਂ ਲੱਗ ਸਕਦਾ ਜੀ। ਤੇ ਭਾਜੀ ਹੋਰ ਤੁਸੀਂ ਕਿਸਾਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਜੀ? बिल्कुल जी, किसानों की भाई की हिम्मत की दाद देनी पड़ेगी सर, जो बिल्कुल टिके हुए हैं सर यहाँ पे जी, और इतनी सर्दी में रहते हुए भी जी, इतनी सर्दी होते हुए भी जी वो यहाँ पे संघर्ष कर रहे हैं जी। तो इससे बड़ी बात क्या हो सकती है? हम तो मोदी जी से भी ये कहेंगे जी, इनका समाधान हो जाए जल्द से जल्द जी। इतने बंदे जो परेशान हो रखे हैं जी सर्दी में, छोटे छोटे बच्चे आए हुए हैं जी, और अपना घर परिवार छोड़ के जो आए हुए हैं, तो उनका जल्दी से जल्दी उनकी जो बातों का समाधान हो जाए जी। ਵੀਰ ਜੀ, ਅਸੀਂ ਪਿੰਡ ਦੜਾਣਾ, ਜ਼ਿਲ੍ਹਾ ਜੀਂਦ, ਹਰਿਆਣੇ ਤੋਂ ਆਏ ਹਾਂ, ਔਰ ਆਇਆਂ ਨੂੰ ਵੀ ਲਗਭਗ ਕੋਈ ਮਹੀਨਾ ਡੇਢ ਹੋ ਗਿਆ ਹੈ। ਤੇ ਜਿਸ ਦਿਨ ਆਏ ਹਾਂ ਉਸ ਦਿਨ ਦਾ ਹੀ ਅਸਾਂ ਲੰਗਰ ਲਾਇਆ ਹੈ। ਤੇ ਬੱਚੇ ਕੁਝ ਆ ਜਾਂਦੇ ਨੇ, ਕੁਝ ਵਾਪਸੀ ਚਲੇ ਜਾਂਦੇ ਨੇ, ਫਿਰ ਇਸੇ ਤਰ੍ਹਾਂ ਹੀ ਮਤਲਬ ਲਗਾਤਾਰ ਚੱਲਦਾ ਹੈ ਪਿਆ। ਹਾਂਜੀ, ਤੇ ਚਲਦਿਆਂ ਨੂੰ ਅੱਜ ਮਹੀਨਾ ਡੇਢ ਹੋ ਗਿਆ, ਇੱਥੇ ਲਗਾਤਾਰ ਬੈਠੇ ਹਾਂ। ਤੇ ਲੰਗਰ ਪਾਣੀ ਇਸੇ ਤਰ੍ਹਾਂ ਹੀ, ਕੋਈ ਚਾਹ ਦਾ ਲੰਗਰ, ਕੋਈ ਪਾਣੀ ਦਾ, ਕੋਈ ਸਬਜ਼ੀ ਦਾ, ਕੋਈ ਕਿਵੇਂ ਮਤਲਬ ਲਗਾਤਾਰ ਚੱਲਦਾ ਹੈ ਪਿਆ। ਨਾਲ ਹੀ ਫਿਰ ਕੋਈ ਲੱਡੂ ਹੋ ਗਏ, ਕੋਈ ਬਰਫੀ ਹੋ ਗਈ, ਕੋਈ। ਕਿੰਨੀ ਦੇਰ ਹਾਂਜੀ, ਤੁਹਾਡਾ ਕੀ ਹੈ ਜੀ, ਕਿੰਨੀ ਦੇਰ ਰੁਕਣਾ ਇੱਥੇ ਜੀ? ਇਸ ਬਾਰੇ ਤਾਂ ਅਜੇ ਕੋਈ ਪਤਾ ਨਹੀਂ। ਜਿੰਨਾ ਚਿਰ ਇਹ ਸੰਘਰਸ਼ ਰਹੇਗਾ ਉਹਨਾਂ ਚਿਰ ਸੰਭਾਵਨਾ ਹੈ ਕਿ ਅਸੀਂ ਨਾਲ ਹੀ ਮਤਲਬ ਉਹਨਾਂ ਚਿਰ ਇੱਥੇ ਰਹਾਂਗੇ, ਟਿਕੇ ਰਹਾਂਗੇ। ਖਾਲੀ ਹੱਥ ਵਾਪਸ ਨਹੀਂ ਜਾਣਾ। ਉਹ ਜਿਹੜੇ ਤਿੰਨੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਕਰਵਾਉਣ ਵਾਸਤੇ ਹੀ ਬੈਠੇ ਆ ਇੱਥੇ।